ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਨੂੰ ਬੜਾ ਮਾਣ ਹੁੰਦਾ ਕਿ ਸਾਡੇ ਨਾਲ ਅੱਜ ਇੰਟਰਵਿਊ ਨੂੰ ਮੌਕਾ ਦਿੱਤਾ ਜਾ ਰਿਹਾ ਵਾ ਮਾਂ ਦੀ ਕਿਰਪਾ ਦੇ ਨਾਲ ਕਿ ਅਸੀਂ ਤਨਮਨਜੀਤ ਸਿੰਘ ਢੇਸੀ ਦੇ ਨਾਲ ਮੁਲਾਕਾਤ ਹੋ ਰਹੀ ਆ। ਪੱਲੇ ਸਿੱਖ ਸਰਦਾਰ MP UK ਦੇ ਪਾਰਲੀਮੈਂਟ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਨੌਜਵਾਨ ਨੇ ਇੱਕ ਬਹੁਤ ਵੱਡਾ ਹਮਲਾ ਮਾਰਿਆ ਤੇ ਮਾਂ ਦੀ ਕਿਰਪਾ ਦੇ ਨਾਲ ਇਹ ਸਰਦਾਰ ਦਸਤਾਰ ਦਿਖ ਰਹੀ ਹੈਗੀ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਨਾਲ ਅਸੀਂ ਗੱਲ ਕਰਨੀ ਹੈਗੀ ਆ ਅੱਜ ਕਿ ਬ੍ਰੈਕਸਿਟ ਬਾਰੇ। ਸਾਰੇ ਨੇ ਐਸੇ ਖਬਰਾਂ 'ਚ ਤੁਸੀਂ ਰੋਜ਼ ਪੜ੍ਹ ਰਹੇ ਆ, ਦੇਖ ਰਹੇ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਅੱਜ ਅਸੀਂ ਤਨਮਨਜੀਤ ਸਿੰਘ ਢੇਸੀ ਉਹਨਾਂ ਨਾਲ ਅਸੀਂ ਮੁਲਾਕਾਤ ਕਰਕੇ ਉਹਨਾਂ ਨੂੰ ਪੁੱਛਣਾ, ਉਹਨਾਂ ਦੇ ਖਿਆਲ ਪੁੱਛਣੇ ਆ, ਉਹਨਾਂ ਦੇ ਕੀ ਖਿਆਲ ਹੈ, ਉਹਨਾਂ ਦੀ ਸਰਕਾਰ ਦੇ ਕੀ, ਪਾਰਟੀ ਦੇ ਕੀ ਖਿਆਲ ਹੈ ਤੇ ਸਰਕਾਰ ਦੇ ਕੀ ਖਿਆਲ ਹੈ ਤੇ ਸਾਡੇ ਵਾਸਤੇ ਇਹ ਕੀ ਹੋਣਾ ਵਾ ਕਿ ਕੀ ਨਹੀਂ ਹੋਣਾ, ਕੀ ਸਾਨੂੰ ਵਰੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ। ਅਸੀਂ ਅੱਜ ਤਨਮਨਜੀਤ ਸਿੰਘ ਢੇਸੀ ਨਾਲ ਗੱਲ ਕਰਾਂਗੇ, ਉਹ ਸਾਨੂੰ ਰੂਬਰੂ ਹੋਣਗੇ, ਸਾਨੂੰ ਨਾਲ ਦੱਸਾਂਗੇ ਕਿ ਅਸੀਂ ਕਿਹਦੀ ਤਿਆਰੀ ਕਰੀਏ। ਹਾਂਜੀ ਭਾਈ ਸਾਹਿਬ ਜੀ, ਫਸਟ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਕੈਮ ਸਿੰਘ ਜੀ ਤੁਹਾਡਾ ਵੀ ਤੇ ਸਰਦਾਰ ਦਵਿੰਦਰ ਸਿੰਘ ਜੀ ਬੱਲ ਹੋਣਾ ਦਾ ਵੀ ਕਿ ਤੁਸੀਂ ਇਹ ਸੰਪਰਕ ਕਰਕੇ ਤਾਂ ਇੱਥੇ ਸਲੋ ਤੱਕ ਚੱਲ ਕੇ ਆਏ ਆ ਸਾਡੇ ਦਫ਼ਤਰ ਵੱਲ ਤੇ ਬਹੁਤ ਵਧੀਆ ਤੁਹਾਡੀ ਸੋਚ ਹੈ ਕਿਉਂਕਿ ਦੇਖੋ ਤੁਸੀਂ ਸੇਵਾ ਕਰ ਰਹੇ ਆ ਜਿਹੜੇ ਆਮ ਆਵਾਮ ਤੱਕ, ਲੋਕਾਂ ਤੱਕ, ਸੰਗਤ ਤੱਕ ਤੁਸੀਂ ਇਹ ਜਿਹੜੇ ਪੱਖ ਦੇ ਮਸਲੇ ਆ ਉਹਨਾਂ ਦੇ ਬਾਰੇ ਤੁਸੀਂ ਹਮੇਸ਼ਾ ਚਰਚਾ ਕਰਦੇ ਰਹਿੰਦੇ ਆ ਤੇ ਕਿੰਨਾ ਵਧੀਆ ਤੁਹਾਡਾ ਇਹ ਸੁਝਾਅ ਸੀਗਾ ਵੀ ਇੱਥੇ ਆ ਕੇ ਵੀ ਆਪਾਂ ਪੰਜਾਬੀ ਦੇ ਵਿੱਚ ਜਿਹੜਾ ਬ੍ਰੈਗਜ਼ਿਟ ਦੇ ਬਾਰੇ ਗੱਲਾਂ ਕਰੀਏ ਵੀ ਜਿਹੜਾ ਬਰਤਾਨੀਆ ਜੋ ਕਿ ਯੂਰਪੀਅਨ ਯੂਨੀਅਨ ਤੋਂ ਬਾਹਰ ਜਾਣ ਨੂੰ ਜਿਹੜੀਆਂ ਵੋਟਾਂ ਪਈਆਂ ਸੀ 2016 ਦੇ ਵਿੱਚ ਵੀ ਉਹਦੇ ਸਿੱਟੇ ਕੀ ਨੇ, ਵੀ ਕੀ ਗੱਲਬਾਤ ਹੈ ਤਾਂ ਕਿ ਆਪਾਂ ਲੋਕਾਂ ਨੂੰ ਪਤਾ ਲੱਗੇ ਵੀ ਕੀ ਕੁਛ ਚੱਲ ਰਿਹਾ। ਕਈ ਵਾਰੀ ਇੱਦਾਂ ਹੁੰਦਾ ਆ ਵੀ ਉਹ ਅੰਗਰੇਜ਼ੀ ਦੇ ਵਿੱਚ ਖਬਰਾਂ ਦੇਖਦੇ ਆ ਤੇ ਉਹਨਾਂ ਨੂੰ ਵਿੱਚੋਂ ਪਤਾ ਨਹੀਂ ਲੱਗਦਾ ਵੀ ਅਸਲੀ ਵਿੱਚੋਂ ਮਸਲਾ ਕੀ ਆ। ਸੋ ਇਹ ਬਹੁਤ ਬਹੁਤ ਤੁਹਾਡਾ ਤੁਸੀਂ ਵਧਾਈ ਦੇ ਪਾਤਰ ਆ ਤੇ ਮੈਂ ਆਸ ਤਾਂ ਇਹੀ ਕਰਦਾ ਕਿ ਆਪਣੀ ਅੱਜ ਜਿਹੜੀ ਚਰਚਾ ਹੈ, ਆਪਣੀ ਗੱਲਬਾਤ ਆ, ਉਹਦੇ ਰਾਹੀਂ ਸੰਗਤਾਂ ਨੂੰ ਹੋਰ ਜਾਣਕਾਰੀ ਮਿਲੂਗੀ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਵੀ ਜਿੱਦਾਂ ਤੁਸੀਂ ਹੁਣੀ ਫਰਮਾਇਆ ਕਿ ਕਿੱਦਾਂ ਇਹ ਸਾਡੀ ਜ਼ਿੰਦਗੀ ਦੇ ਵਿੱਚ ਇਹਦਾ ਕੀ ਪ੍ਰਭਾਵ ਪਊਗਾ। ਹਾਂਜੀ ਹਾਂਜੀ, ਇਹ ਬਿਲਕੁਲ ਇਹੀ ਗੱਲ ਹੈ ਭਾਈ ਸਾਹਿਬ ਜੀ। ਪਲੱਸ ਗ੍ਰੈਜੂਏਸ਼ਨ ਤੁਹਾਡਾ ਕਰਨਾ ਚਾਹੀਦਾ ਕਿ ਤੁਸੀਂ ਬਹੁਤ ਸਾਡਾ ਮਾਣ ਤੇ ਉੱਚਾ ਕੀਤਾ ਕਿ ਦੇਖੋ ਸਿੱਖ ਸਰਦਾਰ MP ਪਾਰਲੀਮੈਂਟ 'ਚ ਅਸੀਂ ਦੇਖਦਾ ਤੇ ਬੜੇ ਖੁਸ਼ ਹੁੰਦੇ ਸਾਰੇ ਪੰਜਾਬੀ ਦੁਨੀਆ ਭਰ ਦੇ। ਇਹ ਬਹੁਤ ਵੱਡੀ ਗੱਲ ਆ। ਸੋ ਇਹਦਾ ਤਾਂ ਅਸੀਂ ਧੰਨਵਾਦ ਤੁਹਾਡਾ ਕੀਤਾ ਜਾਂਦਾ ਤੇ ਵਧਾਈ ਵੀ ਦਿੱਤੀ ਜਾਂਦੀ ਆ। ਪਰ ਹੁਣ ਦੱਸੋ ਭਾਈ ਸਾਹਿਬ ਜੀ, ਹੁਣ ਸੰਗਤਾਂ ਪੁੱਛ ਰਹੀਆਂ ਨੇ ਕਿ ਇਹ ਬ੍ਰੈਕਸਿਟ ਦਾ ਮਸਲਾ ਹੈ ਕੀ? ਬਿਕਾਜ਼ ਤੁਸੀਂ ਦੇਖਿਆ ਸੀਗਾ ਹਜੇ ਕੱਲ੍ਹ ਪਰਸੋਂ ਟਰੀਜ਼ਾ ਮੇ ਦੇ ਗਵਰਨਮੈਂਟ ਨੇ 3 ਵੋਟਾਂ 'ਚ ਤਿੰਨ ਉਹਨਾਂ ਵੋਟਾਂ ਹੋਈਆਂ ਤੇ ਤਿੰਨੇ ਹਾਰ ਗਏ ਤੇ ਇਹ ਬਹੁਤ ਵੱਡੀ ਖਬਰ ਹੋਈ, ਇਤਿਹਾਸ ਬਣ ਗਿਆ ਇਹਨਾਂ ਦਾ ਸਰਕਾਰ ਦਾ। ਤੇ ਇਹਦਾ ਕੀ ਅਸਰ ਹੋਰ ਲੱਗਾ ਵਾ ਹੋਰ ਪੰਜਾਂ ਦਿਨਾਂ 'ਚ? ਜੀ ਦੇਖੋ, ਤੁਸੀਂ ਬਿਲਕੁਲ ਸਹੀ ਹੁਣੀ ਜਿਹੜੀ ਜਾਣਕਾਰੀ ਸੰਗਤਾਂ ਨਾਲ ਤੁਸੀਂ ਆਪਣੇ ਸਾਂਝੀ ਕੀਤੀ ਆ ਕਿ ਦੇਖੋ 3 ਵੋਟਾਂ ਹਾਰ ਗਏ ਸੀ। ਪਰ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਉਹ ਤਾਂ ਚਲੋ ਇਤਿਹਾਸਿਕ ਚੀਜ਼ ਸੀ ਵੀ ਕੋਈ ਵੀ ਸਰਕਾਰ ਇੱਕ ਦਿਨ 'ਚ 3 ਵੋਟਾਂ ਹਾਰਨੀਆਂ, ਇਹ ਤੋਂ ਪਤਾ ਲੱਗਦਾ ਵੀ ਉਹ ਕਿੱਦਾਂ ਖਿਲਰ ਪੱਤਰ ਰਹੀ ਆ। ਪਰ ਆਪਾਂ ਨੂੰ ਸਭ ਤੋਂ ਪਹਿਲਾਂ ਜੇ ਬ੍ਰੈਗਜ਼ਿਟ ਦੇ ਬਾਰੇ ਜੇ ਸਾਡੇ ਦਰਸ਼ਕਾਂ ਦੇ ਨਾਲ ਜਿਹੜੇ ਸਿੱਖ ਚੈਨਲ ਦੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਸ਼ੁਰੂ ਕਿੱਦਾਂ ਹੋਇਆ ਤੇ ਕਿੱਥੇ ਆਪਾਂ ਹੁਣ ਤੱਕ ਕਿੱਥੇ ਪਹੁੰਚੇ ਆ। ਸੋ ਸਭ ਤੋਂ ਪਹਿਲਾਂ ਤਾਂ ਇਦਾਂ ਸੀਗਾ ਵੀ 2015 ਦੀ ਜਿਹੜੀ ਚੋਣ ਸੀਗੀ, ਜਿਹੜੀ ਜਨਰਲ ਇਲੈਕਸ਼ਨ, ਜਿਹੜੀ ਆਮ ਆਵਾਮ ਦੀ ਇੱਥੇ ਵੋਟਾਂ ਪਈਆਂ ਵੀ ਸਰਕਾਰ ਕਿਹੜੀ ਬਣਨੀ ਆ, ਉਸ ਤੋਂ ਪਹਿਲਾਂ ਦਬਾਅ ਪੈ ਰਿਹਾ ਸੀਗਾ ਜਿਹੜੇ UKIP, ਜਿਹੜੀ UK ਇੰਡੀਪੈਂਡੈਂਸ ਪਾਰਟੀ ਸੀ, ਉਦੋਂ ਨਾਈਜਲ ਫਰਾਜ ਉਹਨਾਂ ਦੇ ਲੀਡਰ ਸੀ, ਉਹਨਾਂ ਨੇ ਦਬਾਅ ਪਾਇਆ ਕਿ ਰੈਫਰੈਂਡਮ ਹੋਣਾ ਚਾਹੀਦਾ ਹੈ। ਸੋ ਉਦੋਂ ਦੇ ਜਿਹੜੇ ਪ੍ਰਧਾਨ ਮੰਤਰੀ ਸਨ ਜਿਹੜੇ ਡੇਵਿਡ ਕੈਮਰਨ, ਉਹਨਾਂ ਨੇ ਸੋਚਿਆ ਕਿ ਦੇਖੋ ਵੀ ਮੈਂ ਆਪਣੀ ਪਾਰਟੀ ਦੇ ਵਿੱਚ, ਕਿਉਂਕਿ ਉਹਨਾਂ ਦੇ ਕਈ ਸੀਗੇ ਵਿਅਕਤੀ ਜਿਹੜੇ ਚਾਹੁੰਦੇ ਸੀਗੇ ਵੀ ਸ਼ਾਇਦ UKIP ਦੇ ਨਾਲ ਤੁਰ ਜਾਣ, ਵੀ ਉਹ ਕਾਫੀ ਚਾਹੁੰਦੇ ਸੀਗੇ ਵੀ ਬ੍ਰੈਗਜ਼ਿਟ ਹੋਵੇ। ਸੋ ਉਹਨਾਂ ਦੇ ਕਰਕੇ ਉਹਨਾਂ ਨੇ ਇਹ ਵਾਅਦਾ ਕਰ ਦਿੱਤਾ ਆਪਣਾ ਜਿਹੜਾ ਚੋਣ ਮਨੋਰਥ ਪੱਤਰ, ਜਿਹੜਾ ਮੈਨੀਫੈਸਟੋ ਸੀਗਾ 2015 ਦੀ ਚੋਣ ਦੇ ਵਿੱਚ, ਕਿ ਅਸੀਂ ਜੇ ਸਾਡੀ ਸਰਕਾਰ ਆਈ ਤੇ ਅਸੀਂ ਰੈਫਰੈਂਡਮ ਜ਼ਰੂਰ ਕਰਾਵਾਂਗੇ। ਹੋਰ ਬਾਕੀ ਨੀਤੀਆਂ ਦੇ ਨਾਲ ਨਾਲ ਇਹ ਵੀ ਇੱਕ ਵਾਅਦਾ ਕਰ ਦਿੱਤਾ ਸੀਗਾ। ਸੋ ਵਾਅਦਾ ਤਾਂ ਕਰ ਦਿੱਤਾ। ਸੋ ਜਦੋਂ ਚੋਣ ਤੋਂ ਬਾਅਦ ਸਰਕਾਰ ਬਣ ਗਈ, ਸੋ ਉਹਨਾਂ ਨੂੰ ਵਾਅਦੇ ਤੇ ਫਿਰ ਖਰਾ ਵੀ ਉਤਰਨਾ ਪਿਆ। ਸੋ ਜਦੋਂ ਉਹਨਾਂ ਦੀ ਇਹ ਸੋਚ ਸੀਗੀ ਉਦੋਂ ਦੀ ਡੇਵਿਡ ਕੈਮਰਨ ਤੇ ਉਹਨਾਂ ਦੀ ਸਰਕਾਰ ਦੀ ਕਿ ਕੋਈ ਗੱਲ ਨਹੀਂ, ਬਹੁਤ ਆਸਾਨੀ ਦੇ ਨਾਲ ਅਸੀਂ ਜਿੱਤ ਜਾਣਾ, ਕਿਉਂਕਿ ਜਿਹੜੇ ਲੋਕਾਂ ਨੇ ਕਦੀ ਵੀ ਨਹੀਂ ਚਾਹਣਾ ਕਿ ਸਾਨੂੰ ਇੰਨਾ ਮਾਲੀ ਤੌਰ ਤੇ, ਜਿਹੜਾ ਇਕਨੋਮਿਕ ਤੌਰ ਤੇ ਵੀ ਇੰਨਾ ਨੁਕਸਾਨ ਹੋ ਜਾਊਗਾ, ਕਿਉਂਕਿ ਸਾਡਾ ਯੂਰਪੀਅਨ ਯੂਨੀਅਨ ਦੇ ਨਾਲ ਜਿਹੜਾ ਹੈਗਾ ਆਪਣੇ ਜਿਹੜੇ ਜੋੜ ਨੇ, ਲਿੰਕ ਨੇ, ਉਹ ਇੰਨੇ ਮਜ਼ਬੂਤ ਨੇ। ਬਹੁਤ ਸਾਰਾ ਕਾਰੋਬਾਰ, ਜਿਹੜੀਆਂ ਨੌਕਰੀਆਂ ਆ, ਉਹਦੇ ਨਾਲ ਨਿਰਭਰ ਆ। ਸੋ ਉਹਨਾਂ ਨੇ ਸ਼ੁਰੂ ਕਰ ਦਿੱਤਾ, ਚਲੋ ਜੀ ਹਾਂਜੀ ਰੈਫਰੈਂਡਮ ਕਰਾ ਦਈਏ ਜੀ। ਰੈਫਰੈਂਡਮ ਯਾਨੀ ਕਿ ਆਮ ਆਵਾਮ ਦੀਆਂ ਵੋਟਾਂ। 2016 ਚ ਉਹਨਾਂ ਨੇ ਰੈਫਰੈਂਡਮ ਆ ਗਿਆ ਤੇ ਸਰਕਾਰ ਨੇ ਵੀ, ਹੁਣ ਸਾਡੇ ਵਰਗੇ ਨੇ ਵੀ ਬਹੁਤਿਆਂ ਨੇ ਕੰਪੇਨ ਕੀਤਾ ਵੀ ਨਹੀਂ ਦੇਖੋ ਆਪਾਂ ਵਿੱਚ ਰਹੀਏ। ਪਰ ਉਦੋਂ ਮਾਹੌਲ ਹੀ ਕੁਛ ਇਹੋ ਜਿਹਾ ਬਣ ਗਿਆ
ਕਿ 52% ਦੀ ਜਿਹੜੇ 52% ਲੋਕਾਂ ਨੇ ਇਹ ਵੋਟਾਂ ਪਾਤੀਆਂ ਕਿ ਅਸੀਂ ਯੂਰਪੀਅਨ ਯੂਨੀਅਨ ਚੋਂ ਬਾਹਰ ਜਾਈਏ। ਹਾਂਜੀ। ਉਹ ਅਲੱਗ-ਅਲੱਗ ਕਾਰਨਾਂ ਕਰਕੇ ਉਹਨਾਂ ਨੇ ਵੋਟਾਂ ਪਾਈਆਂ। ਹਾਂਜੀ। ਕਈਆਂ ਨੇ ਇਹ ਸੋਚਿਆ ਕਿ ਦੇਖੋ ਵੀ ਅਸੀਂ ਯੂਰਪੀਅਨ ਯੂਨੀਅਨ ਤੋਂ ਅਲੱਗ ਹੋਈਏ, ਵੀ ਅਸੀਂ ਅਲੱਗ ਆਪਣਾ ਆਜ਼ਾਦਾਨਾ ਤੌਰ ਤੇ ਆਪਣੇ ਕਾਇਦੇ ਕਾਨੂੰਨ ਬਣਾਉਣੇ ਆ। ਠੀਕ ਆ। ਕਈਆਂ ਦੇ ਵੱਲੋਂ ਇਹ ਸੀਗਾ ਵੀ ਇਮੀਗ੍ਰੇਸ਼ਨ ਬਹੁਤ ਵੱਡਾ ਜਿਹੜਾ ਮਸਲਾ ਸੀਗਾ, ਵੀ ਆਪਰਵਾਸ ਜਿਹੜਾ ਹੈਗਾ ਵੀ ਇੱਥੇ ਲੋਕੀ ਵੀ ਯੂਰਪ ਚੋਂ ਨਾ ਆਉਣ ਸਕਣ। ਕਈਆਂ ਨੂੰ ਇਹ ਵੀ ਗਲਤਫਹਿਮੀ ਸੀ ਕਿ ਦੇਖੋ ਯੂਰਪੀਅਨ ਯੂਨੀਅਨ ਦੇ ਜਿਹੜੇ ਲੋਕੀ ਆ, ਈਸਟਰਨ ਯੂਰਪੀਅਨ ਲੋਕੀ ਇੱਥੇ ਆ ਗਏ ਨੇ, ਉਹ ਸਾਡੀਆਂ ਨੌਕਰੀਆਂ ਲੈ ਰਹੇ ਨੇ। ਵੀ ਜੇ ਕਈ ਜਿਹੜੇ ਲੀਵ ਦੇ ਕੈਂਪੇਨ ਸੀਗਾ ਉਹਨਾਂ ਨੇ ਇਹ ਕਹਿਤਾ ਵੀ ਦੇਖੋ ਆਪਾਂ ਇਦਾਂ ਕਰਦੇ ਆ ਵੀ ਤੁਹਾਨੂੰ ਇੰਡੀਆ ਤੇ ਪਾਕਿਸਤਾਨ ਤੁਹਾਡੇ ਵੀਜ਼ੇ ਨਹੀਂ ਲੱਗ ਰਹੇ, ਅਫਰੀਕਾ ਤੋਂ ਨਹੀਂ ਵੀਜ਼ੇ ਲੱਗ ਰਹੇ, ਵੀ ਤੁਸੀਂ ਇਦਾਂ ਕਰੋ ਵੀ ਆਪਾਂ ਯੂਰਪ ਚੋਂ ਜਦੋਂ ਬਾਹਰ ਨਿਕਲੋਗੇ ਉੱਥੋਂ ਲੋਕੀ ਘੱਟ ਆਉਗੇ ਯੂਰਪ ਚੋਂ, ਤੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਅਫਰੀਕਾ ਤੋਂ ਉੱਥੋਂ ਜ਼ਿਆਦਾ ਲੋਕੀ ਤੁਸੀਂ ਬੁਲਾ ਸਕਦੇ ਆ। ਇਹ ਵੀ ਬਿਲਕੁਲ ਕੈਮ ਸਿੰਘ ਜੀ, ਮੈਂ ਤੁਹਾਡੇ ਨਾਲ ਗੱਲ ਇਸ ਕਰਕੇ ਸਾਂਝੀ ਕਰਾਂਗਾ, ਹੈਗਾ ਤਾਂ ਇਹ ਝੂਠ ਆ। ਹਾਂਜੀ। ਕਰਕੇ ਉਹ ਜਿਹੜੇ ਵਿਅਕਤੀ ਸੀ ਉਹ ਕਦੀ ਵੀ ਨਹੀਂ ਚਾਹੂਗੇ ਵੀ ਬਾਹਰੋਂ, ਉਹ ਤਾਂ ਚਾਹੁੰਦੇ ਆ ਵੀ ਇਮੀਗ੍ਰੇਸ਼ਨ ਟੋਟਲੀ ਬੰਦ ਕਰੋ, ਵੀ ਇਹ ਉਹ ਥੋੜਾ ਉਹਨਾਂ ਦੀ ਜਿਹੜੀ ਨੀਤੀ ਆ, ਜਿਹੜੀ ਉਹਨਾਂ ਦੀ ਸੋਚ ਕਈਆਂ ਦੀ ਆ, ਉਹ ਥੋੜਾ ਜਦੋਂ ਨਸਲਵਾਦ ਵੱਲ ਨੂੰ ਉਹ ਇਹ ਉਹਨਾਂ ਦੀ ਵਿੱਚੋਂ ਸੋਚ ਇਹ ਆ। ਪਰ ਉਹਨਾਂ ਨੇ ਇਹ ਵੀ ਕਹਿ ਦਿੱਤਾ, ਚਲੋ ਹੁਣ ਕਈ ਵਿਅਕਤੀਆਂ ਨੇ ਇਸ ਕਰਕੇ ਵੋਟ ਪਾਤੀ ਕਿਉਂਕਿ ਉਹਨਾਂ ਨੂੰ ਇਹ ਵੀ ਉਹਨਾਂ ਦੀ ਸਹੀ ਗੱਲ ਆ ਕਿ ਵੀਜ਼ੇ ਘੱਟ ਲੱਗ ਰਹੇ ਨੇ। ਪਰ ਵੀਜ਼ੇ ਯੂਰਪੀਅਨ ਯੂਨੀਅਨ ਕਰਕੇ ਨਹੀਂ ਘੱਟ ਲੱਗ ਰਹੇ, ਵੀਜ਼ੇ ਇਸ ਕਰਕੇ ਲੱਗ ਰਹੇ ਸੀ ਕਿਉਂਕਿ ਜਿਹੜੇ ਹੁਣ ਮੌਜੂਦਾ ਜਿਹੜੀ ਪ੍ਰਧਾਨ ਮੰਤਰੀ ਟਰੇਜ਼ਾ ਮੇ, ਜੋ ਉਦੋਂ ਹੋਮ ਸੈਕਟਰੀ ਯਾਨੀ ਕਿ ਗ੍ਰਹਿ ਮੰਤਰੀ ਹੁੰਦੀ ਸੀ, ਉਹ ਕੋਸ਼ਿਸ਼ ਕਰ ਰਹੇ ਸੀ ਵੀ ਵੀਜ਼ੇ ਅਸੀਂ ਘੱਟ ਤੋਂ ਘੱਟ ਲੋਕਾਂ ਨੂੰ ਦਈਏ। ਹਾਂਜੀ। ਸੋ ਉਹ ਨੀਤੀ ਹੁੰਦੀ ਹੈ ਇਹਦਾ ਵੀ ਇਹ ਯੂਰਪੀਅਨ ਯੂਨੀਅਨ ਦੇ ਵਿੱਚ ਭਾਵੇਂ ਹੋਣ ਜਾਂ ਨਾ ਹੋਣ, ਉਹ ਉਧਰ ਨੂੰ ਤੁਰੇ ਹੋਏ ਸੀ, ਪਹਿਲਾਂ ਤੋਂ ਤੁਰੇ ਹੋਏ ਸੀ। ਹਾਂਜੀ। ਕਈਆਂ ਨੇ ਇਸ ਕਰਕੇ ਵੋਟਾਂ ਪਾਤੀਆਂ। ਹੁਣ ਅਸੀਂ ਦੇਖੋ ਕੰਸਟਰਕਸ਼ਨ ਦੇ ਨਾਲ ਸੰਬੰਧ ਰੱਖਦੇ ਆ, ਬਹੁਤ ਸਾਰੇ ਲੋਕੀ ਉੱਥੇ ਪਿਛਲੇ 15-20 ਸਾਲਾਂ ਤੋਂ, ਮੈਂ ਵੀ MP ਬਣਨ ਤੋਂ ਪਹਿਲਾਂ ਉੱਥੇ ਕੰਸਟਰਕਸ਼ਨ ਦੇ ਵਿੱਚ ਆਪਣੇ ਕਈ ਕੰਮ ਕਰਦੇ ਸਨ। ਠੀਕ ਹੈ। ਉਹਨਾਂ ਨੂੰ ਕਈਆਂ ਨੂੰ ਇਹ ਵੀ ਸੀਗਾ ਵੀ ਦੇਖੋ ਕਈ ਸਾਡੀਆਂ ਜਿਹੜੀਆਂ ਨੌਕਰੀਆਂ ਆ ਵੀ ਸ਼ਾਇਦ ਇਹ ਯੂਰਪੀਅਨ ਯੂਨੀਅਨ ਤੋਂ ਲੋਕਾਂ ਨੂੰ ਘੱਟ ਆਉਣੇ ਸ਼ੁਰੂ, ਆਪਾਂ ਉਧਰੋਂ ਬੰਦ ਕਰੂਗੇ ਤੇ ਇੱਥੇ ਨੌਕਰੀਆਂ ਸਾਡੇ ਲਈ ਵੱਧ ਜਾਊਗੀਆਂ ਤੇ ਸਾਡੀਆਂ ਤਨਖਾਹਾਂ ਵੀ ਵੱਧ ਜਾਊਗੀਆਂ। ਸੋ ਕਈਆਂ ਨੂੰ ਇਹ ਸੀਗੀ, ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਬੈਠ ਗਈ। ਤੇ ਤੁਸੀਂ ਦੇਖ ਰਹੇ ਹੋ ਵੀ ਕਿੱਦਾਂ ਅਲੱਗ-ਅਲੱਗ ਕਾਰਨ ਬਣੇ ਸੀ। ਤੇ ਉਹਦੇ ਵਿੱਚੋਂ ਜਿੱਦਾਂ ਹੁਣ ਜਿਹੜੇ ਰਿਮੇਨ ਵਾਲੇ ਪਾਸੇ ਸੀ, ਜਿਹੜੇ ਚਾਹੁੰਦੇ ਸੀ ਵੀ ਅੰਦਰ ਰਹੀਏ, ਉਹਨਾਂ ਵੱਲੋਂ ਇਹ ਸੀਗਾ ਵੀ ਜਿਹੜੀ ਇਕੋਨਮੀ ਆ, ਵੀ ਯਾਨੀ ਕਿ ਜਿਹੜਾ ਆਪਣਾ ਅਰਥ ਸ਼ਾਸਤਰ ਆ, ਵੀ ਉਹ ਆਪਾਂ ਯੂਰਪੀਅਨ ਯੂਨੀਅਨ ਦੇ ਨਾਲ ਸਾਡਾ ਵਪਾਰ ਬਹੁਤ ਜ਼ਿਆਦਾ ਆ। ਯਾਨੀ ਕਿ ਆਪਣਾ ਅੱਧੇ ਤੋਂ ਜ਼ਿਆਦਾ ਵਪਾਰ ਜਿਹੜਾ ਇੱਥੋਂ ਚੀਜ਼ਾਂ ਇੰਪੋਰਟ ਐਕਸਪੋਰਟ ਜਿਹੜੀਆਂ ਹੁੰਦੀਆਂ UK ਦੇ ਵਿੱਚ, ਉਹ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੇ ਨਾਲ, ਜਿਹੜੇ ਬਾਕੀ 27 ਦੇਸ਼ ਨੇ। ਸੋ ਉਹ ਜਿਹੜੀਆਂ ਵੱਡੀਆਂ ਬਿਜ਼ਨੈਸਿਸ ਸੀਗੀਆਂ, ਉਹਨਾਂ ਨੇ ਵੀ ਬਹੁਤ ਇਹ ਕਿਹਾ ਵੀ ਦੇਖੋ ਇੱਧਰ ਨੂੰ ਨਾ ਤੁਰੋ, ਵੀ ਵਿੱਚ ਰਹਿ ਜਾਓ, ਵੀ ਉਹਦੇ ਨਾਲ ਸਾਨੂੰ ਕਈ ਸਾਡੀ ਜਿਹੜੀਆਂ ਨੌਕਰੀਆਂ, ਜਿਹੜੀਆਂ ਫੈਕਟਰੀਆਂ, ਜਿਹੜੀਆਂ ਅਸੀਂ ਕਾਰਾਂ ਬਣਾਉਂਦੇ ਜਾਂ ਹੋਰ ਚੀਜ਼ਾਂ ਬਣਾਉਂਦੇ ਆ, ਸਾਨੂੰ ਫਿਰ ਜੇ ਤੁਸੀਂ UK ਅਲੱਗ ਹੋ ਗਿਆ, ਅਸੀਂ ਆਪਣੀਆਂ ਕੁਝ ਫੈਕਟਰੀਆਂ ਜਾਂ ਕੁਝ ਜਿਹੜੀਆਂ ਨੌਕਰੀਆਂ ਉਹ ਅਸੀਂ ਜਰਮਨੀ, ਫਰਾਂਸ, ਇਟਲੀ ਉਧਰ ਨੂੰ ਲੈ ਜਾਣੀਆਂ ਕਰਕੇ, ਉਹ ਫਿਰ ਅਲੱਗ ਮਾਰਕੀਟ ਹੋ ਜਾਣੀਆਂ। ਸਹੀ ਗੱਲ ਹੈ। ਇਸ ਵੇਲੇ ਤਾਂ ਜਿੱਦਾਂ ਜੇ ਕਹ ਲਓ ਵੀ 550 ਮਿਲੀਅਨ ਯਾਨੀ ਕਿ 550 ਮਿਲੀਅਨ ਲੋਕਾਂ ਦੀ ਇਕੱਠੀ ਮਾਰਕੀਟ ਆ। ਫਿਰ ਏਦਾਂ ਹੋ ਜਾਣਾ ਸੀਗਾ ਵੀ ਜਿਹੜੀ UK ਦੀ ਆ, ਜੋ ਤਕਰੀਬਨ 67 ਮਿਲੀਅਨ ਜਿਹੜੇ ਲੋਕੀ ਨੇ, ਵੀ ਉਹ 6.5 ਕਰੋੜ ਜਿਹੜੇ ਹੈਗੇ ਨੇ, ਉਹ ਅਲੱਗ ਮਾਰਕੀਟ ਹੋ ਜੂਗੀ ਤੇ ਬਾਕੀ ਜਿਹੜੀ ਅਲੱਗ ਮਾਰਕੀਟ ਹੋ ਗਈ ਯੂਰਪੀਅਨ ਯੂਨੀਅਨ ਦੀ। ਠੀਕ ਆ। ਤੇ ਉੱਤੇ ਦੀ ਜਿਹੜੇ ਬਿਜ਼ਨੈਸਿਸ ਉਹ ਇਸ ਪੱਖੋਂ ਡਰਦੇ ਸੀ ਵੀ ਜੇ ਅਸੀਂ ਅਲੱਗ ਹੋ ਗਏ ਤਾਂ ਸਾਡਾ ਇੰਪੋਰਟ ਐਕਸਪੋਰਟ ਤੇ ਟੈਰਿਫ ਸ਼ੁਰੂ ਹੋ ਜਾਣੇ ਆ, ਜਿਹੜੀ ਕਰ ਜਿਹੜਾ ਆਪਾਂ ਪੰਜਾਬੀ ਚ ਕਹਿੰਦੇ ਆ ਟੈਕਸ, ਵੀ ਉਹ ਵੱਧ ਜਾਣੇ ਆ। ਉਹਨਾਂ ਦਾ ਇਹ ਵੀ ਸੀਗਾ ਵਿੱਚ ਜਿਹੜੇ ਯੂਨੀਅਨ ਸੀਗੇ, ਯਾਨੀ ਕਿ ਜਿਹੜੇ ਹੁਣ ਆਪਣੇ ਕੰਮਾਂ-ਕਾਰਾਂ ਜਿਹੜੇ ਯੂਨਾਈਟ, ਯੂਨੀਸਨ, GMB, ਜਿਹੜੀ ਯੂਨੀਅਨਸ ਜੋ ਕਿ ਆਮ ਕਾਮਿਆਂ ਦੇ ਜਿਹੜੇ ਵਰਕਰਸ ਦੇ ਲਈ, ਉਹ ਵੀ ਚਾਹੁੰਦੇ ਸੀ ਵੀ ਵਿੱਚ ਰਹੀਏ, ਕਰਕੇ ਸਾਨੂੰ ਪਤਾ ਵੀ ਇਹ ਨਿਗਾ ਵੀ ਜੇ ਯੂਰਪੀਅਨ ਯੂਨੀਅਨ ਤੋਂ ਲੋਕੀ ਇੱਥੇ ਘੱਟ ਆਉਗੇ ਵੀ ਨੌਕਰੀਆਂ ਬਰਤਾਨਵੀ ਲੋਕਾਂ ਲਈ ਵੱਧ ਜੂਗੀਆਂ। ਉਹ ਕਹਿੰਦੇ ਨਹੀਂ, ਕਹਿੰਦੇ ਉਲਟਾ ਚੱਕਰ ਹੋਣਾ, ਕਰਕੇ ਜਦੋਂ ਬਿਜ਼ਨੈਸਿਸ ਤੋਂ ਹੌਲੀ-ਹੌਲੀ ਨਿਕਲ ਗਈਆਂ ਤਾਂ ਨੌਕਰੀਆਂ ਓਵਰਆਲ ਘਟ ਜਾਣੀਆਂ। ਸੋ ਉਹ ਚਾਹੁੰਦੇ ਸੀ ਵੀ ਜਿਹੜੇ ਸਾਡੇ ਜਿਹੜੇ ਮਜ਼ਦੂਰਾਂ ਦੇ ਜਿਹੜੇ ਹੱਕ ਆ, ਜਿਹਨੂੰ ਵਰਕਰਸ ਰਾਈਟਸ ਕਹਿੰਦੇ ਆ, ਵੀ ਉਹ ਵਿੱਚ ਜ਼ਿਆਦਾ ਜੇ ਆਪਾਂ ਰਹੂਗੇ ਤਾਂ ਉਹ ਜਿਹੜਾ ਯੂਰਪੀਅਨ ਯੂਨੀਅਨ ਦੇ ਲੈਵਲ ਤੇ ਉਹ ਜ਼ਿਆਦਾ ਰਹੂਗੇ। ਠੀਕ ਆ। ਸੋ ਇੱਕ ਤੁਸੀਂ ਦੇਖ ਰਹੇ ਪਏ ਇਹਦੇ ਕਈ ਪਹਿਲੂ ਸੀਗੇ। ਪਰ 52% ਦੀ ਲੋਕਾਂ ਨੇ ਕਹਿਤਾ ਅਸੀਂ ਬਾਹਰ ਜਾਣਾ, 48% 48% ਨੇ ਕਿਹਾ ਅਸੀਂ ਵਿੱਚ ਰਹਿਣਾ। ਪਰ ਜਦੋਂ 2016 ਦਾ ਜਦੋਂ ਰੈਫਰੈਂਡਮ ਹੋਇਆ, ਉਸ ਤੋਂ ਬਾਅਦ ਇਹ ਸਾਰਿਆਂ ਨੇ ਤੈਅ ਕਰ ਲਿਆ ਵੀ ਦੇਖੋ ਲੋਕਾਂ ਨੇ ਆਪਣੀ ਆਵਾਜ਼ ਸੁਣਾ ਦਿੱਤੀ ਆ, ਸਹੀ ਹੋਵੇ ਜਾਂ ਗਲਤ ਹੋਵੇ, ਕਿਹਨੇ ਝੂਠ ਬੋਲਿਆ, ਕਿਹਨੇ ਕੀ ਕਿਹਾ ਜਾਂ ਨਹੀਂ ਕਿਹਾ,
ਫੈਸਲਾ ਲਿਆ ਗਿਆ ਤਾਂ ਹੁਣ ਆਪਾਂ ਬਾਹਰ ਜਾ ਰਹੇ ਹਾਂ। ਠੀਕ ਆ। ਸੋ ਤਦੀ ਇੱਕ ਜੋ ਤੁਸੀਂ ਕਈ ਵਾਰੀ ਟੀਵੀ ਤੇ ਸੁਣਦੇ ਹੁੰਦੇ ਆ ਵੀ ਆਰਟੀਕਲ 50 ਟ੍ਰਿਗਰ ਹੋ ਗਈ ਆ। ਹਾਂਜੀ ਹਾਂਜੀ। ਸੋ ਟ੍ਰਿਗਰਿੰਗ ਆਫ ਆਰਟੀਕਲ 50 ਉਹਦਾ ਮਤਲਬ ਇਹ ਆ ਵੀ ਆਰਟੀਕਲ 50 ਜਿਹੜੀ ਹੁੰਦੀ ਆ ਉਹਦਾ ਉਹ ਤੋਂ ਇਹ ਆ ਵੀ ਅਸੀਂ ਸ਼ੁਰੂਆਤ ਕਰ ਦਿੱਤੀ ਵੀ ਅਸੀਂ ਬਾਹਰ ਜਾ ਰਹੇ ਐਂਟਰ ਹੋ ਗਿਆ। ਹਾਂਜੀ ਕਾਉਂਟਰ ਦਾ। ਸੋ ਪਿਛਲੇ 2 ਸਾਲਾਂ ਤੋਂ ਜਿਹੜੀ ਸਰਕਾਰ ਯੂਰਪੀਅਨ ਯੂਨੀਅਨ ਦੇ ਨਾਲ ਉਹ ਆਪਣੇ ਗੱਲਬਾਤ ਉਹਨਾਂ ਦੇ ਨਾਲ ਜਾਰੀ ਆ ਕਿ ਅਸੀਂ ਕਿਹੋ ਜਿਹੀ ਡੀਲ ਵੀ ਕਿਹੋ ਜਿਹਾ ਸਮਝੌਤਾ ਅਸੀਂ ਕਰਦੇ ਆ ਜਿਸ ਦੇ ਤਹਿਤ ਅੱਗੇ ਜਾ ਕੇ ਕਿ ਅਸੀਂ ਵਪਾਰ ਜਿਹੜਾ ਕਿੱਦਾਂ ਕਰਨਾ ਵੀ ਕਿੰਨਾ ਟੈਕਸ ਲੱਗੂਗਾ ਯੂਰਪੀਅਨ ਯੂਨੀਅਨ ਦੇ ਵਿੱਚ ਜਿਹੜੇ ਲੋਕੀ ਇੱਥੇ ਰਹਿੰਦੇ ਨੇ ਵੀ ਉਹ ਕਿੰਨਾ ਕੁ ਇੱਥੇ ਰਹਿ ਸਕਦੇ ਆ ਜਾਂ ਉਹਨਾਂ ਨੂੰ ਇੱਥੋਂ ਬਾਹਰ ਜਾਣਾ ਪੈਣਾ ਆ। ਹੁਣ ਤੁਹਾਨੂੰ ਸ਼ਾਇਦ ਇਹ ਗੱਲ ਦਾ ਇਲਮ ਹੋਣਾ ਆ ਵੀ ਗਿਆਨ ਹੋਣਾ ਵੀ 1 ਮਿਲੀਅਨ ਜਿਹੜੇ ਬ੍ਰਿਟਿਸ਼ ਲੋਕੀ ਆ 1 ਮਿਲੀਅਨ ਤੋਂ ਵੱਧ ਉਹ ਯੂਰਪੀਅਨ ਯੂਨੀਅਨ ਦੇ ਵਿੱਚ ਰਹਿ ਰਹੇ ਆ। ਬਿਲਕੁਲ ਬਿਲਕੁਲ। ਤੇ ਇਹੀ ਗੱਲ ਆਪਾਂ ਤੁਸੀਂ ਹੁਣ ਗੱਲ ਟੱਚ ਕੀਤੀ ਹੈਗੀ ਆ ਕਿ ਇੱਥੇ ਵੀ ਲੋਕ ਰਹਿ ਰਹੇ ਆ, ਉੱਧਰ ਵੀ ਸਾਡੇ ਬੰਦੇ ਰਹਿ ਰਹੇ ਆ, ਤੇ ਇਹਦਾ ਕੀ ਹਿਸਾਬ ਬਹੁਤ ਵੱਡੀ ਨੈਗੋਸ਼ੀਏਸ਼ਨ ਆ ਤੇ ਬੜੀ ਇਹਨਾਂ ਨੂੰ ਡਰਟੀ ਕੈਂਪੇਨ ਕਹਿ ਲਓ ਕਿ ਚੰਗੀ ਤਰ੍ਹਾਂ ਨਹੀਂ ਸਾਰਿਆਂ ਨੂੰ ਦੱਸਿਆ ਗਿਆ ਕਿ ਕੀ ਇਹਦਾ ਅਸਲ ਨਤੀਜਾ ਨਿਕਲੂਗਾ ਜੇ ਅਸੀਂ ਇੱਧਰ ਜਾਂਦੇ ਆ। ਆਪਣੇ ਪਾਰਟੀਆਂ ਵੱਲੋਂ ਜਾਂ ਆਪਣੇ ਪੱਖੋਂ ਵੱਲੋਂ ਆਪਣੇ ਦੱਸੀ ਗਏ ਜੇ ਤੁਸੀਂ ਹੁਣ ਬੜੇ ਸੋਹਣੇ ਤਰੀਕੇ ਨਾਲ ਦੱਸਿਆ ਹੈਗਾ ਕਿ ਸਾਰੇ ਇਕੱਲੇ ਜਨਤਾ ਸੀ, ਕਈਆਂ ਨੇ ਇਸ ਕਾਰਨ ਵੋਟ ਕੀਤੀ, ਕਿਸੇ ਨੇ ਇਸ ਕਾਰਨ ਵੋਟ ਕੀਤੀ ਤੇ ਕਾਫੀ ਹੱਦ ਤੱਕ ਚਾਹੁੰਦੇ ਸੀ ਕਿ ਰਿਮੇਨ ਰਹਿਣ, ਪਰ ਫਿਰ ਵੀ 50 to 52 ਹੋ ਗਏ % ਕੇ ਨਿਕਲ ਗਏ। ਪਰ ਤੁਸੀਂ ਹੁਣ ਇੱਕ ਗੱਲ ਹੋਰ ਤੁਸੀਂ ਹੁਣ ਗੱਲ ਕੀਤੀ ਕਿ ਜੇ ਬ੍ਰੈਕਸਿਟ ਕਿੱਦਾਂ ਦਾ ਹੋ ਸਕਦਾ, ਹਾਰਡ ਬ੍ਰੈਕਸਿਟ ਹੋ ਸਕਦਾ, ਸੌਫਟ ਬ੍ਰੈਕਸਿਟ। ਇਹ ਕਾਫੀ ਖਬਰਾਂ 'ਚ ਆਉਂਦਾ ਹੈਗਾ ਕਿ ਹਾਰਡ ਬ੍ਰੈਕਸਿਟ, ਸੌਫਟ ਬ੍ਰੈਕਸਿਟ, ਨੋ ਡੀਲ, ਇਹਦਾ ਕੀ ਮੈਨਾ ਹੁੰਦਾ ਤੇ ਇਹ ਕੀ ਹੋ ਰਿਹਾ ਵਾ? ਬਹੁਤ ਵਧੀਆ ਤੁਹਾਡਾ ਸਵਾਲ। ਦੇਖੋ ਕਈ ਵਾਰੀ ਜਿਹੜਾ ਨਾ ਆਪਾਂ ਸੁਣਦੇ ਆ ਹਾਰਡ ਬ੍ਰੈਕਸਿਟ ਦਾ ਮਤਲਬ ਇਹ ਆ ਕਈ ਲੋਕੀ ਉਚੇਚੇ ਤੌਰ ਤੇ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਕਈ ਵਿਅਕਤੀ ਆ, ਸਾਰੇ ਨਹੀਂ ਗਏ ਪਰ ਕਈ MP ਉਹਨਾਂ ਦੇ ਇਹ ਚਾਹੁੰਦੇ ਆ, ਤੇ ਯੂਕੇ ਇੰਡੀਪੈਂਡੈਂਸ ਪਾਰਟੀ ਜਿਹੜੀ ਯੂਕੇ ਪਿਆ ਜਾਂ ਕਈ ਹੋਰ ਜਿਹੜੇ ਜਿਹਨੂੰ ਅਸੀਂ ਰਾਈਟ ਵਿੰਗ ਦਾ ਵੀ ਸੱਜੇ ਪੱਖੀ ਜ਼ਿਆਦਾ ਕਹਿ ਦਿੰਦੇ ਆ, ਉਹ ਚਾਹੁੰਦੇ ਆ ਵੀ ਅਸੀਂ ਨਾਤਾ ਜਿਹੜਾ ਹੁਣ ਛੜਾਈਆ ਜਿਹੜਾ ਹੋਣਾ ਆ, ਜਿਹੜਾ ਡਿਵੋਰਸ ਜਿਹਨੂੰ ਕਹਿ ਦਿੰਦੇ ਆ ਆਪਾਂ ਕਹਿੰਦੇ ਵੀ ਰਿਸ਼ਤਿਆਂ ਦੇ ਵਿੱਚ, ਉਹ ਕਹਿੰਦੇ ਵੀ ਐਨ ਸਾਫ਼ ਤਰੀਕੇ ਨਾਲ ਹੋਣਾ ਚਾਹੀਦਾ ਵੀ ਟੋਟਲ ਬ੍ਰੇਕ। ਉਹ ਕਹਿੰਦੇ ਹਾਰਡ ਬ੍ਰੈਕਸਿਟ ਯਾਨੀ ਕਿ ਅਸੀਂ ਚਾਹੁੰਦੇ ਆ ਵੀ ਅਸੀਂ ਬਿਲਕੁਲ ਅਲੱਗ ਰਸਤੇ ਅਖਤਿਆਰ ਕਰ ਲਈਏ ਵੀ ਜਿਹੜਾ ਵੀ ਅਸੀਂ ਚਾਹੇ ਉਹ ਜਿਹੜੇ ਉਹ ਕਹਿੰਦੇ ਵੀ ਚਾਹੇ ਸਾਨੂੰ ਥੋੜਾ ਮਾਲੀ ਨੁਕਸਾਨ ਹੋ ਵੀ ਜਾਵੇ, ਇਕਨੋਮਿਕ ਨੁਕਸਾਨ, ਅਸੀਂ ਚਾਹੁੰਦੇ ਆ ਵੀ ਬਿਲਕੁਲ ਅਸੀਂ ਅਲੱਗ ਰਸਤੇ ਵੱਲ ਨੂੰ ਤੁਰ ਪਈਏ। ਉਹਦਾ ਮਤਲਬ ਇਹ ਹੋਣਾ ਆ ਕਿ ਜਿਹੜੇ ਕਰ ਆ ਜਿਹੜਾ ਟੈਕਸ ਲੱਗਣਾ ਆ ਉਹਦੇ ਨਾਲ ਵੀ ਫਰਕ ਪੈ ਜਾਣਾ ਆ ਕਿ ਇਸ ਵੇਲੇ 0% ਟੈਕਸ ਆ। ਕੋਈ ਆਪਾਂ ਸਮਝ ਲਓ ਵੀ ਉੱਥੋਂ ਕੋਈ ਚੀਜ਼ਾਂ ਲੈਂਦੇ ਆ, ਜਿੱਦਾਂ ਹੁਣ ਆਪਾਂ ਫੋਨ ਵਰਤਦੇ ਆ, ਹੁਣ ਆਪਾਂ ਹਰ ਕੋਈ ਫੋਨ ਵਰਤਦਾ, ਕੋਈ ਤੁਸੀਂ ਯੂਰਪ 'ਚ ਜਾਂਦੇ ਆ ਉੱਥੇ ਹੌਲੀਡੇ ਕਰਨਾ ਆ ਤਾਂ ਨਹੀਂ ਉੱਥੇ ਕੋਈ ਪ੍ਰੋਬਲਮ, ਰੋਮਿੰਗ ਚਾਰਜ 0 ਆ। ਤਾਂ ਜਿਹੜੇ ਇੱਥੇ ਵਿਦਿਆਰਥੀ ਆ ਜਿਹੜੇ ਜਾਂਦੇ ਆ ਉੱਥੇ ਪੜ੍ਹਨ ਨੂੰ, ਕਈ ਲੋਕੀ ਜਿੱਦਾਂ ਕੰਮ ਕਰਨ ਨੂੰ ਉੱਥੇ ਜਾਂਦੇ ਆ, ਕਈ ਇੱਧਰ ਨੂੰ ਵਾਪਸ ਆਉਂਦੇ ਆ, ਉਹ ਸਭ ਕੁਝ ਫਿਰ ਰੁਕਣਾ ਆ। ਸੋ ਉਹ ਰਾਤੋਂ ਰਾਤ ਉਹ ਰੁਕ ਜੂਗਾ। ਤੇ ਸੋ ਇਹ ਆ ਜਿਹੜਾ ਹਾਰਡ ਬ੍ਰੈਕਸਿਟ ਦਾ ਮਤਲਬ ਇਹ ਆ ਵੀ ਅਸੀਂ ਤਾਂ ਵੀ ਬਿਲਕੁਲ ਅਲੱਗ ਹੋ ਗਏ ਆ। ਬਿਲਕੁਲ ਅਲੱਗ, ਤੁਸੀਂ ਆਪਣੇ ਪਾਸੇ, ਅਸੀਂ ਆਪਣੇ ਪਾਸੇ, ਅਸੀਂ ਆਪਣਾ ਕਾਨੂੰਨ ਕਰਾਂਗੇ, ਤੁਸੀਂ ਆਪਣਾ ਕਰੋ, ਤੇ ਫਿਰ ਜਿੱਦਾਂ ਅਸੀਂ ਬਾਕੀ ਦੁਨੀਆ ਨਾਲ ਟ੍ਰੇਡ ਕਰਦੇ ਉਦਾਂ ਫਿਰ ਉਹ ਫਿਰ ਸਾਨੂੰ ਕਈ ਸਾਲ ਲੱਗ ਜਾਣੇ ਆ ਵੀ ਜਿਹੜੇ ਯੂਰਪੀਅਨ ਯੂਨੀਅਨ ਦੇ ਨਾਲ ਹੌਲੀ ਹੌਲੀ ਇਹ ਨੈਗੋਸ਼ੀਏਟ ਕਰਨ ਨੂੰ, ਵੀ ਤੈਅ ਕਰਨ ਨੂੰ ਵੀ ਕਿੰਨਾ ਕਿਹੜੀ ਚੀਜ਼ ਤੇ ਕਿੰਨਾ ਟੈਕਸ ਲੱਗਣਾ ਆ। ਜੇ ਇੱਥੇ ਕਾਰ ਬਣਦੀ ਆ ਜਾਂ ਇੱਥੇ ਕੋਈ ਚਾਕਲੇਟ ਬਣਦਾ ਹੈ ਜੇ ਉਧਰ ਨੂੰ ਭੇਜਦੇ ਆ ਤੇ ਉਹਦਾ ਕਿੰਨਾ ਟੈਕਸ ਕਿੰਨਾ ਕੀ ਆ। ਸੋ ਇਹ ਸਾਰੀਆਂ ਚੀਜ਼ਾਂ ਤੇ ਉਹਦਾ ਅਸਰ ਪੈਣਾ ਆ। ਤੇ ਤਦੀ ਜਿਹੜੇ ਸਾਡੇ ਵਰਗੇ ਆ, ਮੈਂ ਤਾਂ ਬਿਲਕੁਲ ਇਸ ਚੀਜ਼ ਦੇ ਖਿਲਾਫ ਆ ਵੀ ਹਾਰਡ ਬ੍ਰੈਕਸਿਟ ਨਹੀਂ ਹੋਣਾ ਚਾਹੀਦਾ, ਵੀ ਜਿਹੜਾ ਸਾਡਾ ਰਿਸ਼ਤਾ ਆ ਅੱਗੇ ਜਾ ਕੇ ਵੀ ਉਹ ਕਰੀਬੀ ਹੋਣਾ ਚਾਹੀਦਾ। ਤੇ ਜਿਹੜੇ ਜ਼ਿਆਦਾਤਰ ਜਿਹੜੇ ਬਿਜ਼ਨੈਸਿਸ ਵੀ ਨੇ ਆਪਣੇ ਕਾਰੋਬਾਰੀ ਜਾਂ ਯੂਨੀਅਨਸ ਵਗੈਰਾ, ਉਹ ਵੀ ਇਹੀ ਚਾਹੁੰਦੇ ਨੇ ਵੀ ਕਰੀਬੀ ਰਿਸ਼ਤਾ ਹੋਵੇ। ਸੋ ਹਾਰਡ ਤਾਂ ਸੌਫਟ ਬ੍ਰੈਕਸਿਟ, ਜਿਹੜਾ ਸੌਫਟ ਯਾਨੀ ਕਿ ਜਿਵੇਂ ਕਹਿ ਲਓ ਵੀ ਮੁਲਾਇਮ, ਵੀ ਥੋੜਾ ਸਾਡਾ ਨਰਮ ਜਿਹਾ ਹੋਵੇ ਕੰਮ, ਉਹ ਬ੍ਰੈਕਸਿਟ ਇਹ ਆ ਵੀ ਹੁਣ ਜਿਹੜੇ ਸਾਡੇ ਵਰਗੇ ਕਹਿੰਦੇ ਆ ਵੀ ਤੁਸੀਂ ਦੇਖੋ ਵੀ ਅਸੀਂ ਚਾਹੁੰਦੇ ਆ ਵੀ ਜਿਹੜਾ ਇੱਕ ਤਾਂ ਜਿਹਨੂੰ ਕਹਿੰਦੇ ਆ ਵੀ ਕਾਮਨ ਮਾਰਕੀਟ ਵੀ ਇੱਕ ਇਹ ਚੀਜ਼ ਆ ਵੀ ਜਦੋਂ ਆਪਾਂ ਵਪਾਰ ਕਰਦੇ ਆ ਵੀ ਸਾਡਾ ਇੱਕੋ ਹੀ ਬਾਜ਼ਾਰ ਆ। ਜਿੱਦਾਂ ਵੀ ਸਾਨੂੰ ਜੇ ਸਮਝੋ ਕਿੱਦਾਂ ਮੈਂ ਤੁਹਾਨੂੰ ਸਮਝਾ, ਜਿੱਦਾਂ USA ਦੇ ਵਿੱਚ ਕੋਈ ਚੀਜ਼ ਬਣਦੀ ਆ ਜਾਂ ਇੰਡੀਆ ਦੇ ਵਿੱਚ ਕੋਈ ਚੀਜ਼ ਬਣਦੀ ਆ। ਹੁਣ ਕਈ ਬੰਦੇ ਆਪਣੇ ਉੱਥੇ ਇੰਡੀਆ, ਜੇ ਉੱਥੇ ਗੁਜਰਾਤ 'ਚ ਕੋਈ ਚੀਜ਼ ਬਣਦੀ ਆ ਤੇ ਉੱਧਰ ਜਾਂਦੀ ਆ ਦਿੱਲੀ ਨੂੰ, ਉਹ ਇੱਕੋ ਹੀ ਮਾਰਕੀਟ ਆ, ਉਹ ਇੰਡੀਅਨ ਦਾ ਇੱਕ ਮਾਰਕੀਟ ਹੈ। ਏਦਾਂ ਜਿਹੜਾ ਯੂਰਪੀਅਨ ਯੂਨੀਅਨ ਦੇ ਵਿੱਚ ਆ ਉਹ ਇੱਕ ਬਾਜ਼ਾਰ, ਇਹਨੂੰ ਕਾਮਨ ਮਾਰਕੀਟ ਕਹਿੰਦੇ ਆ। ਵੀ ਕੋਈ ਵੀ ਚੀਜ਼ ਆਵਾਜਾਈ, ਟਰੱਕ ਇੱਥੇ ਆਉਂਦੇ ਆ, ਚੀਜ਼ਾਂ ਲੱਦੇ ਹੁੰਦੇ ਆ, ਉਹ ਵੀ
ਕਾਮਨ ਮਾਰਕੀਟ ਆ ਵੀ ਕਿਤੇ ਵੀ ਆ ਜਾ ਸਕਦੇ ਆ, ਟੈਕਸ ਟੂਕਸ ਨਹੀਂ ਹੈਗਾ ਕੁਛ। ਬਿਲਕੁਲ ਕੋਈ ਨਹੀਂ। ਇਹਦੀ ਜਿਹੜਾ ਕਸਟਮਸ ਯੂਨੀਅਨ ਇੱਕ ਹੋਰ ਚੀਜ਼ ਆ। ਕਸਟਮਸ ਯੂਨੀਅਨ ਹੁੰਦਾ ਆ ਵੀ ਜਦੋਂ ਆਪਾਂ ਕੋਈ ਵਪਾਰ ਕਰਦੇ ਆ ਵੀ ਉਹ ਟੈਕਸ ਕਿੰਨਾ ਕੁ ਲੱਗਣਾ ਹੈ। ਠੀਕ ਆ। ਸੋ ਇਹ ਕਸਟਮਸ ਯੂਨੀਅਨ ਜਿਹੜੀ ਆ ਵੀ ਉਹ ਹੁੰਦਾ ਆ ਵੀ ਅਸੀਂ ਸਾਡੇ ਵਰਗੇ ਚਾਹੁੰਦੇ ਆ ਵੀ ਉਹ ਆਪਾਂ ਕਸਟਮਸ ਯੂਨੀਅਨ ਦੇ ਵਿੱਚ ਹੋਈਏ। ਠੀਕ। ਕਿਉਂਕਿ ਜੇ ਆਪਾਂ ਕਸਟਮਸ ਯੂਨੀਅਨ ਦਾ ਸਮਝੌਤਾ ਨਹੀਂ ਕਰਦੇ ਸੋ ਫਿਰ ਜਦੋਂ ਯੂਰਪ ਚੋਂ ਇੱਥੇ ਕੋਈ ਚੀਜ਼ ਆਉਣੀ ਆ, ਜੇ ਹੁਣ ਸਾਨੂੰ ਤੁਸੀਂ ਮਰਸੀਡੀ ਕਾਰ ਲੈਣੀ ਆ, ਹੁਣ ਬਹੁਤ ਸਾਰੇ ਤੁਹਾਡੇ ਦਰਸ਼ਕ ਮਰਸੀਡੀਜ਼ ਕਾਰਾਂ ਲੈ ਕੇ ਘੁੰਮਦੇ ਜਾਂ BMW ਉੱਥੇ ਜਰਮਨੀ ਤੋਂ ਆਉਂਦੀਆਂ ਆ ਜਾਂ ਤੁਹਾਡੇ ਸਿਟਰਨ ਆਉਂਦੀ ਆ, ਉਹਦਾ ਫਿਰ ਆਪਾਂ ਨੂੰ ਇੱਥੇ ਅਸਰ ਪੈਣਾ ਕਿਉਂਕਿ ਉਹ ਕਾਰ ਫਿਰ ਆਪਣੇ ਲਈ ਮਹਿੰਗੀ ਹੋ ਜਾਣੀ। ਜਦੋਂ ਤੁਸੀਂ ਟੈਸਕੋ ਜਾਂ ਸੇਨਸਬਰੀ ਉਧਰ ਐਸਡਾ ਨੂੰ ਕਿਤੇ ਜਾਂਦੇ ਆ, ਕਈ ਹੁਣ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਆ, ਜੇ ਉਹ ਆਪਾਂ ਕਸਟਮਸ ਯੂਨੀਅਨ ਆਪਣੀ ਨਾ ਤੈਅ ਹੋਈ, ਉੱਥੋਂ ਜਿਹੜਾ ਕੋਈ ਦੁੱਧ ਆਉਂਦਾ ਜਾਂ ਹੋਰ ਕੋਈ ਚੀਜ਼ਾਂ ਆਉਂਦੀਆਂ ਆ ਉਹ ਚੀਜ਼ਾਂ ਮਹਿੰਗੀਆਂ ਹੋ ਜਾਊਗੀਆਂ। ਏਦਾਂ ਹੀ ਜੋ ਅਸੀਂ ਇੱਥੋਂ ਜੋ ਆਪਣਾ ਉਤਪਾਦਨ ਇੱਥੋਂ ਹੁੰਦਾ ਵੀ ਆਪਾਂ ਇੱਥੋਂ ਚੀਜ਼ਾਂ ਉਹ ਬਣਾਉਂਦੇ ਆ ਉਧਰ ਨੂੰ ਭੇਜਦੇ ਆ, ਕਸਟਮਸ ਯੂਨੀਅਨ ਤੋਂ ਬਗੈਰ ਉਹ ਕੰਮ ਔਖਾ ਹੋ ਜਾਂਦਾ। ਸੋ ਇਹ ਚੀਜ਼ਾਂ ਇਹ ਬਰੀਕੀ ਦੀਆਂ ਚੀਜ਼ਾਂ ਆ, ਪਰ ਮੈਂ ਸਮਝਦਾ ਵੀ ਦਰਸ਼ਕਾਂ ਨੂੰ ਜਾਣਕਾਰੀ ਹੋਵੇ। ਸੋ ਅਸੀਂ ਚਾਹੁੰਦੇ ਆ ਵੀ ਉਹ ਏਦਾਂ ਦਾ ਰਿਸ਼ਤਾ ਹੋਵੇ ਕਰੀਬੀ। ਠੀਕ ਆ। ਹਾਰਡ ਤਾਂ ਸੌਫਟ ਬ੍ਰੈਗਜ਼ਿਟ ਹੋ ਗਿਆ। ਮੈਨੂੰ ਪਤਾ ਕਈ ਲੋਕੀ ਫਿਰ ਕਹਿੰਦੇ ਆ ਵੀ ਇਹ ਗੱਲਾਂ ਸਾਰੀਆਂ ਛੱਡੋ ਵੀ ਦਿਲ ਸਾਫ਼ ਹੋਣਾ ਚਾਹੀਦਾ ਨਹੀਂ, ਉਹ ਕਹਿੰਦੇ ਆ ਵੀ ਸਾਰੀਆਂ ਗੱਲਾਂ ਛੱਡ ਕੇ ਅਸੀਂ ਚਾਹੁੰਦੇ ਆ ਵੀ ਇੱਕ ਵਾਰੀ ਫੇਰ ਵੋਟਾਂ ਪਾਓ, ਅਸੀਂ ਵਿੱਚ ਰਹਿਣਾ ਆ। ਸੋ ਇਹ ਵੀ ਕਈ ਲੋਕੀ ਆ ਉਹ ਇਸ ਕਰਕੇ ਕਹਿੰਦੇ ਆ, ਉਹ ਕਹਿੰਦੇ ਦੇਖੋ ਵੀ ਅਸੀਂ ਸੋਚਦੇ ਆ ਵੀ ਦੇਸ਼ ਨੇ ਬਹੁਤ ਵੱਡਾ ਨੁਕਸਾਨ ਕਰ ਲੈਣਾ ਆ, ਇਹਨੂੰ ਕਹਿੰਦੇ ਆ ਪੀਪਲਜ਼ ਵੋਟ। ਪੀਪਲਜ਼ ਵੋਟ ਯਾਨੀ ਕਿ ਲੋਕਾਂ ਦੀ ਕਚਹਿਰੀ ਚ ਇੱਕ ਵਾਰੀ ਫੇਰ ਇਹ ਕਾਨੂੰਨ ਲੈ ਕੇ ਆਓ। 2016 ਤੋਂ ਬਾਅਦ ਬਹੁਤ ਕੁਝ ਬਦਲ ਗਿਆ ਆ। ਅਸੀਂ ਦੇਖ ਲਿਆ ਵੀ ਜਿਹੜੀ ਸਰਕਾਰ ਦੀ ਜਿਹੜੀ ਡੀਲ ਆ ਵੀ ਉਹ ਟਰੇਜ਼ਾ ਮੇ ਨੇ ਲੈ ਕੇ ਆਂਦੀ ਆ ਵੀ ਇਹ ਥੋੜਾ ਖਿਚੜੀ ਜਿਹੀ ਪੱਕ ਗਈ ਆ ਵੀ ਇਹ ਕਿਸੇ ਦੇ ਹੱਕ 'ਚ ਨਹੀਂ ਗਈ, ਤੇ ਅਸੀਂ ਚਾਹੁੰਦੇ ਆ ਵੀ ਵੋਟਾਂ ਫੇਰ ਪੈਣ। ਏਦਾਂ ਦੇ ਵੀ ਕਈ ਐਮਪੀ ਹੈਗੇ ਆ, ਲੇਬਰ ਵੱਲੋਂ ਵੀ, ਟੋਰੀ ਵੱਲੋਂ ਵੀ, ਲਿਬਰਲ ਡੈਮੋਕ੍ਰੈਟ ਪਾਰਟੀ ਵੀ ਇਹੀ ਕਹਿੰਦੀ ਆ, ਸਕਾਟਿਸ਼ ਨੈਸ਼ਨਲ ਪਾਰਟੀ ਵੀ ਇਹੀ ਕਹਿੰਦੀ ਆ, ਵੇਲਜ਼ ਦੇ ਵਿੱਚ ਇੱਕ ਪਲਾਈਡ ਕਮਰੀ ਪਾਰਟੀ ਆ ਉਹ ਵੀ ਇਹੀ ਕਹਿੰਦੀ ਆ, ਜਿਹੜੀ ਗ੍ਰੀਨ ਪਾਰਟੀ ਆ ਉਹ ਵੀ ਇਹੀ ਕਹਿੰਦੀ ਆ। ਸੋ ਉਹ ਚਾਹੁੰਦੇ ਆ ਵੀ ਅਸੀਂ ਰੈਫਰੈਂਡਮ ਇੱਕ ਵਾਰੀ ਫੇਰ ਦੁਹਰਾਈਏ। ਜਿਹੜੇ ਦੂਜੇ ਕਹਿ ਰਹੇ ਹੈਗੇ ਕਿ ਇੱਕ ਵਾਰੀ ਤੁਸੀਂ ਦੇਖ ਦਿੱਤਾ ਵਾ, ਤੁਸੀਂ ਵੋਟਾਂ ਪਬਲਿਕ ਵੀ ਪੈ ਗਈਆਂ ਵਾ, ਉਹਨੂੰ ਹੁਣ ਤੁਸੀਂ ਮੰਨੋ। ਇਹ ਵੀ ਪੱਖ ਹੈਗਾ ਕਿ ਅਸੀਂ ਉਹ ਸਰਕਾਰ ਇਸ ਵੇਲੇ ਕਹਿ ਰਹੀ ਆ ਅਸੀਂ ਉਹ ਪੱਖ ਲੈ ਕੇ ਤੇ ਦੂਜਾ ਪੱਖ ਸੁਣ ਕੇ ਵੀ ਅਸੀਂ ਚਾਹੁੰਦੇ ਹਾਂ ਕਿ ਚੈੱਕਸ ਹੁਣ ਉਹਨੂੰ ਆਖਿਆ ਜਾਂਦਾ ਚੈੱਕਸ ਡੀਲ ਜਿਹੜਾ ਟਰੇਜ਼ਾ ਮੇ ਲੈ ਕੇ ਆ ਰਹੀ ਆ, ਉਹ ਕਹਿੰਦੀ ਆ ਕਿ ਮੈਂ ਹਾਰਡ ਬ੍ਰੈਕਸਿਟ ਵੀ ਦੇਖ ਲਿਆ, ਸੌਫਟ ਬ੍ਰੈਕਸਿਟ ਦੇਖ ਕੇ ਮੈਂ ਆਦਤ 'ਚ ਆ ਲੱਗੀ ਹਾਂ ਕਿੱਥੇ ਉਹ ਵੀ ਖੁਸ਼ ਹੋ ਜਾਣ, ਤੁਸੀਂ ਵੀ ਖੁਸ਼ ਹੋ ਜਾਓ ਤੇ ਸਾਰਿਆਂ ਨੇ ਖੁਸ਼ ਹੋ ਕੇ ਆਹ ਮੇਰਾ ਚੈੱਕਸ ਡੀਲ ਮਨੋ। ਪਰ ਇੰਨਾ ਸੋਹਣਾ ਜੀ ਡੀਲ ਹੋਏਗਾ ਤੇ ਸਾਰੇ ਨੋ ਕਿਉਂ ਹੋ ਰਹੀ ਹੈ? ਪਰ ਭਾਜੀ ਗੱਲ ਤਾਂ ਇਹ ਆ ਵੀ ਉਹ ਜਿਹੜੀ ਖਿਚੜੀ ਜੀ ਪੱਕ ਗਈ ਉਹ ਤਾਂ ਕੋਈ ਵੀ ਨਹੀਂ ਖੁਸ਼ ਕਰਕੇ ਸਮੱਸਿਆ ਉਹ ਚੋਂ। ਹੁਣ ਮੈਂ ਵੀ ਕੱਲ ਜਦੋਂ ਪਾਰਲੀਮੈਂਟ ਦੇ ਵਿੱਚ ਬੋਲਿਆ, ਹੁਣ ਤੁਸੀਂ ਅਕਸਰ ਉਹ ਖਬਰਾਂ ਦੇ ਵਿੱਚ ਵੀ ਲਾਉਂਦੇ ਰਹਿੰਦੇ ਜਿਹੜੇ ਅਲੱਗ-ਅਲੱਗ ਜਿਹੜੇ ਕਲਿੱਪ ਹੁੰਦੇ ਆ ਪਾਰਲੀਮੈਂਟ ਚੋਂ, ਮੈਂ ਵੀ ਇਸ ਕਰਕੇ ਇਹਦੇ ਖਿਲਾਫ ਮੈਂ ਵੋਟ ਪਾਉਣ ਜਾ ਰਿਹਾ ਜਿਹੜੀ ਟਰੇਜ਼ਾ ਮੇ ਦੀ ਡੀਲ ਆ ਕਰਕੇ। ਇਹਦੇ ਕਈ ਪਹਿਲੂ ਨੇ। ਇੱਕ ਤਾਂ ਇਹ ਆ ਵੀ ਇਹ 'ਚ ਬਹੁਤ ਸਾਰੀਆਂ ਜਿਹੜੀਆਂ ਅਨਸਰਟਨਟੀ ਯਾਨੀ ਕਿ ਆਪਾਂ ਨੂੰ ਪਤਾ ਨਹੀਂਗਾ ਵੀ ਕਿਹੋ ਜਿਹਾ ਆਪਣਾ ਰਿਸ਼ਤਾ ਕਾਇਮ ਹੋਣਾ ਹੈ। ਸੋ ਕਈ ਚੀਜ਼ਾਂ ਆ ਜਿਹੜੀਆਂ ਵੀ ਉਹ ਅੱਗੇ ਨੂੰ ਛੱਡ ਦਿੱਤੀਆਂ ਗਈਆਂ। ਸੋ ਜਿਹੜੇ ਜਿੱਥੇ ਤੱਕ ਇਹਦਾ ਮਜ਼ਦੂਰਾਂ ਦੇ ਹੱਕ ਹੈ, ਵਰਕਰਸ ਰਾਈਟਸ ਦੀ ਗੱਲ ਕਰਦੇ ਆ, ਜਾਂ ਆਪਾਂ ਜਿਹੜੇ এনवायरमेंटਲ ਪ੍ਰੋਟੈਕਸ਼ਨ ਯਾਨੀ ਕਿ ਜਿਹੜੇ ਆਪਾਂ ਵਾਤਾਵਰਨ ਦੇ ਪ੍ਰਤੀ ਜਿਹੜੇ ਰਿਸ਼ਤੇ ਨੇ, ਜੇ ਕਿਤੇ ਅੱਗੇ ਸਰਕਾਰ ਇਦਾਂ ਦੀ ਆ ਗਈ, ਜਿਹੜਾ ਹੁਣ ਕਈ ਟੋਰੀ ਪਾਰਟੀ ਦੇ ਵਿੱਚ ਹੈਗੇ ਆ, ਉਹ ਇਹ ਸਾਰੀਆਂ ਚੀਜ਼ਾਂ ਰੱਦ ਕਰ ਸਕਦੇ ਆ। ਅਸੀਂ ਚਾਹੁੰਦੇ ਸੀਗੇ ਵੀ ਇਹਦੇ ਵਿੱਚ ਸਾਨੂੰ ਵੀ ਪੱਕਾ ਤੁਸੀਂ ਲਿਖਤੀ ਰੂਪ ਦੇ ਵਿੱਚ, ਇਹ ਨਹੀਂਗਾ ਵੀ ਉਹਦੀ ਗੱਲਾਂ ਵਧੀਆ ਤਰੀਕੇ ਨਾਲ ਕਰੀ ਜਾਓ, ਹਲਕੀਆਂ ਫੁਲਕੀਆਂ ਗੱਲਾਂ ਕਰੀ, ਅਸੀਂ ਕਿਹਾ ਲਿਖਤੀ ਰੂਪ ਦੇ ਵਿੱਚ ਸਾਨੂੰ ਦਿਓ। ਨਾਲੇ ਅਸੀਂ ਚਾਹੁੰਦੇ ਸੀਗੇ ਵੀ ਇੱਕ ਕਸਟਮਸ ਯੂਨੀਅਨ ਦੇ ਵਿੱਚ ਅਸੀਂ ਆਪਾਂ ਪਈਏ ਤਾਂ ਕਿ ਸਾਡੇ ਜਿਹੜੇ ਇੱਥੇ ਚੀਜ਼ਾਂ ਆ ਵੀ ਉਹਨਾਂ ਤੇ ਕਰ ਨਾ ਲੱਗੇ, ਵੀ ਟੈਕਸ ਨਾ ਲੱਗੇ। ਸੋ ਅਸੀਂ ਇਹ ਚਾਹੁੰਦੇ ਸੀਗੇ ਵੀ ਜਿਹੜਾ ਚਲੋ ਫਰੀडम ਆਫ ਮੂਵਮੈਂਟ ਯਾਨੀ ਕਿ ਫਰੀडम ਮੂਵਮੈਂਟ ਇਦਾਂ ਵੀ ਇਸ ਵੇਲੇ ਕੋਈ ਵੀ ਆ ਜਾ ਸਕਦਾ ਆ, ਚਲੋ ਉਹ ਭਾਵੇਂ ਆਪਾਂ ਉਹ ਉਸ ਚੀਜ਼ ਤੇ ਭਾਵੇਂ ਆਪਾਂ ਰੋਕ ਪਾ ਦੋਗੇ, ਪਰ ਆਪਾਂ ਉਹਦਾ ਵੀ ਕੁਝ ਵਧੀਆ ਆਪਾਂ ਹੱਲ ਕੱਢਣਾ ਆ। ਪਰ ਅਸੀਂ ਕਸਟਮ ਯੂਨੀਅਨ ਤਾਂ ਇੱਕ ਸਿੰਗਲ ਮਾਰਕੀਟ ਦੇ ਵਿੱਚ ਤਰੀਕੇ ਨਾਲ ਉਹਦੇ ਅਸੀਂ ਆਪਣੇ ਫਾਇਦੇ ਚਾਹੁੰਦੇ ਆ। ਤੇ ਇੱਕ ਨਾਲੇ ਬਹੁਤ ਵੱਡਾ ਮਸਲਾ ਇਹ ਹੋਰ ਵੀ ਹੈ, ਜਿਹੜੀ ਮੌਜੂਦਾ ਜਿਹੜੀ ਡੀਲ ਆ ਟਰੇਜ਼ਾ ਮੇ ਦੀ ਜਿਹੜਾ ਸਮਝੌਤਾ ਆ, ਉਹਦੇ ਵਿੱਚ ਇਹ ਆ ਕਿ ਜਿਹੜਾ ਨੌਰਦਰਨ ਆਇਰਲੈਂਡ ਜੋ ਕਿ 4 ਦੇਸ਼ ਨੇ, ਯੂਕੇ ਦੇ ਹਿੱਸੇ ਨੇ, ਨੌਰਦਰਨ ਆਇਰਲੈਂਡ ਇੱਕ ਚੀਜ਼ ਜਿਹੜਾ ਕਹੀ ਜਾਂਦੀ ਜਿਹੜੀ ਬੈਕਸਟਾਪ ਦਾ ਮਤਲਬ ਇਹ ਆ, ਉਹ ਕਹਿੰਦੇ ਵੀ ਅੱਗੇ ਜਾ ਕੇ ਜੇ ਸਾਡੇ ਰਿਸ਼ਤੇ ਥੋੜਾ ਖਰਾਬ ਹੋ ਜਾਣ, ਅਸੀਂ ਇਹ ਆ ਵੀ ਨੌਰਦਰਨ ਆਇਰਲੈਂਡ ਤੇ ਰਿਪਬਲਿਕ ਆਫ ਆਇਰਲੈਂਡ ਦੇ ਵਿਚਕਾਰ ਬਾਰਡਰ ਨਾ ਹੋਊਗਾ, ਪਰ ਉਹਦਾ ਅਸੀਂ ਹੱਲ ਇਹ ਕੱਢਿਆ ਆ ਜਿਹੜਾ ਟਰੇਜ਼ਾ ਮੇ ਉਹਨਾਂ ਨੇ ਵੀ ਇੱਕ ਕਿਸਮ ਦਾ ਵੀ ਉਹ ਰਿਪਬਲਿਕ ਆਫ ਆਇਰਲੈਂਡ ਦੇ ਨਾਲ ਜਿਹੜਾ ਯੂਰਪੀਅਨ ਯੂਨੀਅਨ ਦੇ ਨਾਲ ਉਹਨਾਂ ਥੋੜਾ ਕਾਇਦੇ ਕਾਨੂੰਨ ਰਲੂਗੇ,
ਪਰ ਜਿਹੜਾ ਆਇਰਿਸ਼ ਸੀ ਆ ਉਹਦੇ ਵਿੱਚ ਇੱਕ ਕਿਸਮ ਦਾ ਬਾਰਡਰ ਹੋ ਜਾਊਗਾ ਵੀ ਬਾਕੀ ਯੂਕੇ ਦੇ ਥੋੜਾ ਕਾਇਦੇ ਕਾਨੂੰਨ ਥੋੜਾ ਅਲੱਗ ਹੋ ਜਾਊਗੇ ਤੇ ਜਿਹੜੇ ਨੋਰਦਰਨ ਆਇਰਲੈਂਡ ਦੇ ਉਹਨਾਂ ਦੇ ਨਾਲ ਥੋੜਾ ਮੇਲ ਖਾਊਗੇ ਰਿਪਬਲਿਕ ਆਫ ਆਇਰਲੈਂਡ ਨਾਲ। ਐਸੀ ਕਹਿੰਦੇ ਵੀ ਇਹ ਯੂਕੇ ਦੇ ਲਈ ਬਹੁਤ ਹੀ ਘਾਤਕ ਚੀਜ਼ ਹੈ, ਕਰਕੇ ਇਹਨਾਂ ਦੇਸ਼ ਫਿਰ ਵੰਡ ਹੋ ਜਾਣਾ ਹੌਲੀ ਹੌਲੀ। ਤਦੀ ਜਿਹੜੇ ਡੀਯੂਪੀ ਜਿਹੜੇ ਨੋਰਦਰਨ ਆਇਰਲੈਂਡ ਵਾਲੇ ਆ ਉਹ ਤਦੀ ਰੌਲਾ ਪਾ ਰਹੇ ਆ। ਉਹ ਕਹਿੰਦੇ ਸਾਡੇ ਨਾਲ ਧੋਖਾ ਹੋਇਆ, ਸਾਡੇ ਨਾਲ ਪ੍ਰਧਾਨ ਮੰਤਰੀ ਨੇ ਵੀ ਗੱਲ ਕਹਿ ਕੇ ਵੀ ਮੈਂ ਤੁਹਾਨੂੰ ਇੱਕੋ ਹੀ ਚੀਜ਼ ਰੱਖਣਾ ਆ ਵੀ ਡੀਯੂਪੀ ਦਾ ਇਸ ਕਰਕੇ ਜ਼ਰੂਰੀ ਕਰਕੇ ਉਹ ਸਰਕਾਰ ਜਿਹੜੀ ਲੰਗੜੀ ਸਰਕਾਰ ਇਸ ਵੇਲੇ ਆ ਉਹ ਰੱਖੀ ਹੋਈ ਉਹ ਉਹਨਾਂ ਦੇ ਬਦੌਲਤ ਚੱਲ ਰਹੀ ਆ। ਸੋ ਇਸ ਪੱਖੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਬੈਕਸਟਾਪ ਆ ਉਹ ਡੀਯੂਪੀ ਵਾਲੇ ਕਿਉਂ ਵੋਟ ਪਾ ਰਹੇ ਨੇ ਖਿਲਾਫ। ਸੋ ਹੁਣ ਮੈਨੂੰ ਤਾਂ ਜੋ ਲੱਗਦਾ ਆ ਵੀ ਜਿਹੜੀ ਟਰੇਜ਼ਾ ਮੇ ਉਹਨਾਂ ਦੀ ਜਿਹੜੀ ਡੀਲ ਆ ਵੀ ਇਹਦੇ ਖਿਲਾਫ ਜਿਹੜਾ ਬਹੁਮਤ ਜਿਹੜੀ ਪਾਰਲੀਮੈਂਟ ਦੇ ਇਸ ਵੇਲੇ ਆ ਉਹ ਹੈਗੀ ਖਿਲਾਫ। ਸੋ ਗੱਲ ਹੁਣ ਇਹ ਆ ਵੀ ਅਸੀਂ ਹੱਲ ਕੀ ਕੱਢਣਾ ਆ। ਮੈਨੂੰ ਪਤਾ ਹੁਣ ਆਪਾਂ ਪ੍ਰੋਗਰਾਮ ਦੇ ਅਖੀਰਲੇ ਮਿੰਟਾਂ ਚ ਆ ਰਹੇ ਹਾਂ ਵੀ ਅਸੀਂ ਚਾਹੁੰਦੇ ਆ, ਲੇਬਰ ਪਾਰਟੀ ਇਹ ਚਾਹੁੰਦੀ ਆ ਕਿ ਸਮਝੌਤਾ ਹੋਵੇ ਕਰੀਬੀ ਰਿਸ਼ਤਿਆਂ ਵਾਲਾ। ਅਸੀਂ ਆਪਣੀ ਜਦੋਂ ਇਹ ਵੋਟ ਡਾਊਨ ਕਰਕੇ ਅਸੀਂ ਆਪਣਾ ਪੱਖ ਪੇਸ਼ ਕਰਨਾ ਵੀ ਆਹ ਡੀਲ ਆਹ ਸਾਡਾ ਆ ਨਜ਼ਰੀਆ। ਦੂਸਰਾ ਸਾਡੇ ਵੱਲੋਂ ਇਹ ਕੋਸ਼ਿਸ਼ ਹੋਣੀ ਆ ਕਿ ਸਰਕਾਰ ਦੇ ਖਿਲਾਫ ਅਸੀਂ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਪਾਉਣਾ ਹੈ, ਕਿਉਂਕਿ ਜਿੱਦਾਂ ਤੁਸੀਂ ਬਾਖੂਬੀ ਜ਼ਿਕਰ ਕੀਤਾ ਕਿ 3 ਵੋਟਾਂ ਤੋਂ 1 ਦਿਨ 'ਚ ਹਾਰ ਗਏ ਸੀਗੇ ਜੋ ਹੋਇਆ ਇਸ ਹਫ਼ਤੇ। ਹੁਣ ਜੇ ਉਹ ਇਸ ਪੱਖ ਦੇ ਵਿੱਚ ਵੀ ਵੋਟ ਹਾਰ ਗਏ ਤਾਂ ਉਹਨਾਂ ਨੂੰ ਫਿਰ ਕੋਈ ਇਹ ਹੱਕ ਨਹੀਂਗਾ ਕਿ ਉਹ ਸਰਕਾਰ ਚਲਾਉਣ ਤਾਂ ਕਿ ਇਲੈਕਸ਼ਨ ਹੋਵੇ। ਇਲੈਕਸ਼ਨ ਕਰ ਦੂਗੀ ਵਿਦਿਨ 6 ਮੰਥਸ। ਸੋ ਇਹ ਹੁਣ ਹੈਗਾ ਵੀ ਪਾਰਲੀਮੈਂਟ ਦੇ ਵਿੱਚ ਬਹੁਮਤ ਜੇ ਸਪਸ਼ਟ ਹੋ ਗਈ ਵੀ ਬਹੁਮਤ ਹੈਗੀ ਵੀ ਮੈਜੋਰਿਟੀ ਹੈਗੀ ਆ, ਫਿਰ ਸਰਕਾਰ ਡਿੱਗ ਸਕਦੀ ਹੈ ਤਾਂ ਫਿਰ ਇਲੈਕਸ਼ਨ ਆ ਸਕਦੀ ਹੈ। ਪਰ ਮੈਨੂੰ ਲੱਗਦਾ ਨਹੀਂਗਾ ਵੀ ਜਿਹੜੇ ਟੋਰੀ ਪਾਰਟੀ ਵਾਲੇ ਜਿਹੜੇ ਕਈ ਹੈ ਨਾ ਇਹ ਡੀਲ ਦੇ ਖਿਲਾਫ ਵੀ ਵੋਟਾਂ ਪਾ ਰਹੇ ਆ, ਟੋਰੀ ਪਾਰਟੀ ਕਰਕੇ ਵੰਡੀ ਹੋਈ ਹੈ ਇਸ ਚੀਜ਼ ਬਾਰੇ। ਉਹ ਵੀ ਜਦੋਂ ਹੁਣ ਕਹਿੰਦੇ ਹੁੰਦੇ ਆ ਵੀ ਉਹਨਾਂ ਨੇ ਆਪਣੇ ਸ਼ਾਇਦ ਆਪਣੀ ਸਰਕਾਰ ਨੂੰ ਸਿੱਟਣ ਲਈ ਮੈਨੂੰ ਲੱਗਦਾ ਨਹੀਂ ਉਹਨਾਂ ਨੇ ਵੋਟਾਂ ਪਾਉਣੀਆਂ, ਪਰ ਚਲੋ ਦੇਖੋ ਕੀ ਬਣਦਾ ਹੈ। ਤੇ ਬਾਕੀ ਇਹ ਆ ਦੇਖੋ ਸ਼ਾਇਦ ਲੋਕਾਂ ਤੱਕ ਦੀ ਕਚਹਿਰੀ ਤੱਕ ਵਿੱਚ ਵੀ ਇਹ ਫਿਰ ਵਾਪਸ ਆ ਸਕਦੀ ਹੈ ਗੱਲ। ਇਹ ਹੁਣ ਸਰਕਾਰ ਤੇ ਵੀ ਨਿਰਭਰ ਹੁੰਦਾ ਆ ਵੀ ਅਸੀਂ ਚਾਹੁੰਦੇ ਆ ਵੀ ਉਹ ਇੱਕ ਵਾਰੀ ਫਿਰ ਜਾ ਕੇ ਗੱਲਾਂ ਬਾਤਾਂ ਕਰਨ ਤਾਂ ਕਿ ਯੂਕੇ ਦੇ ਹੱਕ ਦੇ ਵਿੱਚ ਜੋ ਸਮਝੌਤਾ ਹੋਵੇ। ਠੀਕ ਹੈ, ਬਿੰਟ ਲੈ ਕੇ 2-3 ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਜੇ ਸਰਕਾਰ ਹੁਣ ਜੇ ਤੁਸੀਂ ਇਦਾਂ ਦਾ ਮੋਸ਼ਨ ਪਾਉਂਗੇ ਤੇ ਪਾਸ ਵੀ ਹੋ ਜਾਂਦਾ ਫਿਰ ਜਨਰਲ ਇਲੈਕਸ਼ਨ ਤੁਹਾਨੂੰ ਕਰਨੀ ਪੈਂਦੀ ਆ, ਉਹ ਫਿਰ ਤੁਹਾਨੂੰ ਕਿੰਨੇ ਚਿਰ ਚ ਕਰਨੀ ਪਊਗੀ? ਤੇ ਇਹਦੇ ਨਾਲ ਬਿਕਾਜ਼ 29th of March ਉਹ ਤੁਹਾਡਾ ਡਿਵੋਰਸ ਦਾ ਡੇਟ ਸੀ ਨਾ ਉਹ ਆ ਲੱਗੀ, ਇਹਦਾ ਮਤਲਬ ਕੀ ਹੁੰਦਾ ਫਿਰ ਉਹ ਡਿਵੋਰਸ ਫਿਰ ਡਿਲੇ ਹੋ ਜਾਂਦਾ ਕਿ ਕੀ ਹੁੰਦਾ? ਉਹਦਾ ਜੀ ਉਹ ਫਿਰ ਥੋੜਾ ਪਾਰਲੀਮੈਂਟ ਦੇ ਵਿੱਚ ਉਹਦਾ ਇਹ ਹੋਣਾ ਵੀ ਉਹਨੂੰ ਅਗਾਂਹ ਨੂੰ ਜਿਹੜੀ ਤਰੀਕ ਨੂੰ ਫਿਰ ਉਹ ਹੋ ਜਾਊਗਾ। ਤੇ ਸ਼ਾਇਦ ਇਹ ਵੀ ਆ ਵੀ ਜੇ ਆਪਣੇ ਟੋਰੀ ਪਾਰਟੀ ਦੇ ਵਿੱਚ ਇਹ ਹੋ ਜਾਵੇ ਵੀ ਸ਼ਾਇਦ ਪ੍ਰਧਾਨ ਮੰਤਰੀ ਦੇ ਖਿਲਾਫ ਵੀ ਉਹ ਵੋਟਾਂ ਪਾ ਸਕਦੇ ਤਾਂ ਹੋਰ ਕੋਈ ਖੜਾ ਹੋ ਕੇ ਤਾਂ ਹੋਰ ਕੋਈ ਲੀਡਰ ਬਣ ਸਕਦਾ ਕੰਜ਼ਰਵੇਟਿਵ ਪਾਰਟੀ। ਸੋ ਉਹਦੇ ਮੁਤਾਬਕ ਇਹ ਆ ਜਿੱਦਾਂ ਤੁਸੀਂ ਹੁਣੇ ਦੱਸਿਆ ਕਿ 29 ਮਾਰਚ ਦੀ ਬਜਾਏ ਅੱਗੇ ਨੂੰ ਤਰੀਕ ਪੈ ਜਾਊਗੀ ਤਾਂ ਕਿ ਪਹਿਲਾਂ ਆਪਾਂ ਵਧੀਆ ਤਰੀਕੇ ਨਾਲ ਹੱਲ ਕਰੀਏ ਚੀਜ਼ਾਂ ਦਾ ਤਾਂ ਫਿਰ ਆਪਾਂ ਅੱਗੇ ਨੂੰ ਤੁਰੀਏ। ਪਰ ਇਹ ਜਿਹੜੀ ਇਲੈਕਸ਼ਨ ਜੇ ਹੋਈ, ਜਦੋਂ ਤੁਸੀਂ ਤੁਹਾਡਾ ਸਵਾਲ ਦਾ ਜਵਾਬ ਦੇਣ ਦੇ ਵਿੱਚ ਇਹ ਆ ਕਿ ਉਹ ਵੋਟ ਫਿਰ ਜਲਦੀ ਹੋਊਗੀ ਨਾ ਕਿ ਮਾਰਚ ਤੋਂ ਬਾਅਦ, ਉਹ ਪਹਿਲਾਂ ਹੋਊਗਾ। ਪਰ ਇਸ ਵੇਲੇ ਦੇਖੋ ਬਹੁਤ ਇਤਿਹਾਸਿਕ ਪਲ ਨੇ ਦੇਸ਼ ਦੇ ਲਈ ਤੇ ਇਹਦਾ ਬਹੁਤ ਵੱਡਾ ਸਿੱਟਾ ਸਾਰੇ ਦੇਸ਼ ਦਾ ਵੀ ਹੋਣਾ, ਪਰ ਜਿਹੜੇ ਤੁਹਾਡੇ ਦਰਸ਼ਕ ਨੇ ਇੱਕ ਦੀ ਜ਼ਿੰਦਗੀ ਦੇ ਵਿੱਚ ਇਹਦਾ ਫਰਕ ਪੈਣਾ ਹੈ। ਠੀਕ ਹੈ, ਸੋ ਇਹਦੇ ਕਹਿਣ ਦਾ ਮਤਲਬ ਮਿਨਿਸਟਰ ਨੂੰ ਲੈ ਕੇ ਸਿਰਫ ਇੱਕ ਹੀ, ਪਰ ਜਿਹੜੀ ਵੋਟ ਰੈਫਰੈਂਡਮ ਪਾਈ ਗਈ ਤੁਹਾਡੇ ਹਿਸਾਬ ਦੇ ਨਾਲ ਕਿ ਸਾਨੂੰ ਪੂਰਾ ਇਨਫੋਰਮੇਸ਼ਨ ਦੇਣ ਦੇ ਬਾਵਜੂਦ ਅਸੀਂ ਸਾਰਿਆਂ ਨੇ ਵੋਟ ਪਾ ਲਈ ਆ ਤੇ ਤੁਹਾਡੇ ਮੁਤਾਬਕ ਕਿੱਦਾਂ ਤੁਸੀਂ ਕਹਿ ਰਹੇ ਆ ਕਿ ਜਨਤਾ ਉਹ ਰਿਗਰੈਟ ਕਰਦੀ ਆ, ਜੇ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਪਹਿਲਾਂ ਹੁੰਦੀ ਤੇ ਫਿਰ ਅੱਜ ਵੋਟ ਪੈਂਦੀ, ਤੁਹਾਡੇ ਹਿਸਾਬ ਨਾਲ ਰਿਮੇਨ ਹੋਣਾ ਸੀਗਾ ਵੋਟ? ਜੀ ਦੇਖੋ ਇਹਦੇ ਲਈ ਵੀ ਅਲੱਗ-ਅਲੱਗ ਰਾਏ ਨੇ। ਕਈ ਲੋਕੀ ਆ ਉਹ ਕਹਿੰਦੇ ਹਜੇ ਵੀ ਅਸੀਂ ਵੋਟਾਂ ਉਦਾਂ ਹੀ ਪਾਓਗੇ ਜਿੱਦਾਂ ਅਸੀਂ ਪਹਿਲਾਂ ਪਾਈਆਂ ਸੀ। ਕਈ ਲੋਕੀ ਪਛਤਾਉਂਦੇ ਆ ਵੀ ਕਿਉਂ ਅਸੀਂ ਇੱਧਰ ਨੂੰ ਵੋਟ ਪਾਤੀ ਜਾਂ ਉੱਧਰ ਨੂੰ ਵੋਟ ਪਾਤੀ, ਅਸੀਂ ਹੁਣ ਆਪਣਾ ਮਨ ਬਦਲ ਲੈਣਾ ਹੈ। ਪਰ 3-4 ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਇਹ ਡੀਲ ਪਾਸ ਹੋ ਸਕਦੀ ਆ ਤਾਂ ਕਿ ਟਰੇਜ਼ਾ ਮੇ ਦੇ ਮੁਤਾਬਕ ਸਰਕਾਰ ਦੇ ਮੁਤਾਬਕ, ਜਾਂ ਕੋਈ ਅਲੱਗ ਡੀਲ ਹੋਊਗੀ, ਜਾਂ ਹੋਊਗਾ ਵੀ ਹਾਰਡ ਬ੍ਰੈਗਜ਼ਿਟ ਯਾਨੀ ਕਿ ਜਿਹੜਾ ਛੜਾਈਆ ਬਹੁਤ ਔਖੇ ਤਰੀਕੇ ਨਾਲ ਹੋਊਗਾ, ਤੇ ਜਾਂ ਫਿਰ ਨਵੀਂ ਵੋਟ ਇੱਕ ਵਾਰੀ ਫਿਰ ਲੋਕਾਂ ਦੀ ਕਚਹਿਰੀ ਤੱਕ ਇਹ ਗੱਲ ਜਾਊਗੀ। ਵੈਰੀ ਗੁੱਡ। ਤਨਮਨਜੀਤ ਸਿੰਘ ਭਾਈ ਸਾਹਿਬ, ਤੁਸੀਂ ਇੰਨਾ ਸੋਹਣੇ
ਤਰੀਕੇ ਦੇ ਨਾਲ ਤੁਸੀਂ ਸਾਰਾ ਇੰਨਾ ਕੰਪਲੈਕਸ ਸਬਜੈਕਟ ਆ ਜੀ, ਜੀ। ਬੜੇ ਸੋਹਣੇ ਤਰੀਕੇ ਨਾਲ ਤੁਸੀਂ ਸਮਝਾ ਦਿੱਤਾ। ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਅਸੀਂ ਵੀ ਹੁਣ ਦੇਖਦੇ ਖਬਰਾਂ ਕਿੱਥੇ ਲੈ ਕੇ ਜਾਂਦੀਆਂ ਤੇ ਫਿਰ ਮੁਲਾਕਾਤ ਕਰਾਂਗੇ ਗਾਂ ਕੀ ਅਸੀਂ ਕਰਨਾ ਤੇ ਕੀ ਹੋਊਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।